ਤੇ ਮੈਂ ਤਾਂ ਪਹਿਲਾਂ ਵੀ ਲੜਾਈ ਲੜਦਾ ਰਿਹਾ ਇਸ ਚੀਜ਼ ਤੇ, ਕਿਉਂਕਿ ਦੋਨਾਂ ਸ਼ਹਿਰਾਂ ਦਾ ਅਹਿਮਦਗੜ੍ਹ ਤੇ ਅਮਰਗੜ੍ਹ ਸ਼ਹਿਰ ਦਾ ਇੰਨਾ ਬੁਰਾ ਹਾਲ ਆ, ਤੁਸੀਂ ਜਾ ਕੇ ਦੇਖੋ ਕਿ ਉੱਥੇ ਬੰਦਾ ਸਿੱਧਾ ਨਹੀਂ ਤੁਰਦਾ। ਕਿ ਪਹਿਲਾਂ ਤਾਂ ਇਹਨਾਂ ਨੇ ਆਨੇ ਬਹਾਨੇ ਲਾ ਕੇ ਟਾਈਮ ਕੱਢਤਾ ਜੀ, ਏਦਾਂ ਮੁੱਖ ਮੰਤਰੀ ਨਹੀਂ ਵਧੀਆ ਜੀ, ਆਹ ਨਹੀਂ ਜੀ, ਉਹ ਨਹੀਂ ਜੀ, ਸਾਰੀਆਂ ਚੀਜ਼ਾਂ ਇਹਨਾਂ ਨੇ ਮੁੱਖ ਮੰਤਰੀ ਤੇ ਸਿੱਟ ਕੇ ਰੱਖੀਆਂ ਨੇ। ਹੁਣ ਤਾਂ ਮੁੱਖ ਮੰਤਰੀ ਸਾਹਿਬ ਵੀ ਚੇਂਜ ਹੋ ਗਿਆ, ਹੁਣ ਤਾਂ ਨਵੇਂ ਮੁੱਖ ਮੰਤਰੀ ਸਾਹਿਬ ਆ ਗਿਆ। ਬਾਕੀ ਦੇ ਅਹੁਦੇਦਾਰ ਕਿ ਜੇ ਸਰਕਾਰ ਦੇ ਵਿੱਚ ਕੋਈ ਬੰਦਾ ਸਹੀ ਕੰਮ ਨਹੀਂ ਕਰੇਗਾ ਅਸੀਂ ਉਹਦੇ ਖਿਲਾਫ ਆਵਾਜ਼ ਉਠਾਵਾਂਗੇ, ਕਿਉਂਕਿ ਪਾਰਟੀ ਦਾ ਰਾਈਟ ਬਣਦਾ ਜੇ ਸਰਕਾਰ ਆਪਣੇ ਪੰਥ ਤੋਂ ਭਟਕਦੀ ਆ ਤਾਂ ਫਿਰ ਅਸੀਂ ਉਹਨੂੰ ਉੱਤੇ ਅਸਲੀ ਜਗ੍ਹਾ ਤੇ ਲਿਆਉਣ ਲਈ ਆਵਾਜ਼ ਚੱਕਾਂਗੇ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਸਿਆਸੀ ਪਾਰਟੀਆਂ ਆਪਣੇ ਹਲਕਿਆਂ ਦੇ ਵਿੱਚ ਸਰਗਰਮ ਨਜ਼ਰ ਆਉਣ ਲੱਗੀਆਂ। ਉੱਤੇ ਹੀ ਹਲਕੇ ਦੇ ਵੋਟਰ ਵੀ ਆਪਣੀਆਂ ਸਮੱਸਿਆਵਾਂ ਨੂੰ ਦੱਸਣ ਲੱਗੇ ਨੇ। ਸਾਡੇ ਚੈਨਲ ਦੇ ਪੱਤਰਕਾਰ ਦੇ ਸਵਾਲ ਦੇ ਜਵਾਬ ਦਿੰਦਿਆਂ ਸਿਮਰਨਜੀਤ ਸਿੰਘ ਸਹਿਕੇ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਹਲਕੇ ਦਾ ਐਮਐਲਏ ਬਾਹਰਲਾ ਕੈਂਡੀਡੇਟ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਅਮਰਗੜ੍ਹ ਦੇ ਸੀਵਰੇਜ ਨੂੰ ਲੈ ਕੇ ਅਤੇ ਕੁਝ ਹੋਰ ਸਮੱਸਿਆਵਾਂ ਬਾਰੇ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਦੇਖੋ, ਮੈਂ ਪਹਿਲਾਂ ਵੀ ਲਾਈਵ ਤੇ ਪ੍ਰੈਸ ਰਨ ਦੇ ਮਾਧਿਅਮ ਰਾਹੀਂ ਵੀ ਇਹ ਗੱਲਾਂ ਕੀਤੀਆਂ ਨੇ। ਸਾਡਾ ਜਿਹੜਾ ਅਮਰਗੜ੍ਹ ਸ਼ਹਿਰ ਹੈ ਉਹਦਾ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਉਹਦੇ 'ਚ ਸੀਵਰੇਜ ਦਾ ਜਿਹੜਾ ਟੈਂਡਰ ਹੋਇਆ ਸੀ ਉਹ 6 ਕਰੋੜ 60 ਲੱਖ ਦਾ ਟੈਂਡਰ ਹੋਇਆ ਸੀ। ਤੇ ਕਈ ਮੀਡੀਆ ਨੇ ਉਸ 'ਤੇ ਖਬਰਾਂ ਚੱਕੀਆਂ, ਜਦੋਂ ਇਹਨਾਂ ਨੇ ਹੋਰ ਪੈਸੇ ਮੰਗੇ, ਚਿੱਠੀ ਭੇਜੀ ਕਿ ਪੈਸੇ ਖਤਮ ਹੋ ਗਿਆ, ਸਾਨੂੰ ਜਿਹੜੀਆਂ ਹੋਰ ਕੰਮ ਵਾਸਤੇ ਹੋਰ ਪੈਸਾ ਦਿੱਤਾ ਜਾਵੇ। ਉਸ ਟੈਂਡਰ ਦੇ ਵਿੱਚ ਇਹ ਤੈਅ ਹੋਇਆ ਸੀ ਕਿ ਪੂਰੇ ਸ਼ਹਿਰ ਦੀ ਸੀਵਰੇਜ ਪਾਈ ਜਾਊਗੀ, ਜਿਹੜੀਆਂ ਗਲੀਆਂ ਪੱਟੀਆਂ ਜਾਣਗੀਆਂ ਇੰਟਰਲੌਕ ਟਾਇਲ ਦੁਬਾਰਾ ਲਾਈ ਜਾਊਗੀ, ਜਿਹੜੀਆਂ ਸੜਕਾਂ ਪੱਟੀਆਂ ਜਾਣਗੀਆਂ ਸੰਬੰਧਿਤ ਮਹਿਕਮੇ ਨੂੰ 100% ਉਹਦਾ ਪੈਸਾ ਇਸ ਟੈਂਡਰ ਦੇ 6 ਕਰੋੜ 60 ਲੱਖ ਚੋਂ ਦਿੱਤਾ ਜਾਊਗਾ। ਪਰ ਹੋਇਆ ਕਿ ਸ਼ਹਿਰ ਦੀ 20% ਅਜੇ ਵੀ ਸੀਵਰੇਜ ਪੈਂਡਿੰਗ ਹੈ, ਕੋਈ ਕਨੈਕਸ਼ਨ ਨਹੀਂ ਦਿੱਤਾ, ਸੀਵਰੇਜ ਦਾ ਉਦਾਂ ਹੀ ਪਈ ਆ। ਤੇ ਦੂਜੀ ਜਿਹੜੀਆਂ ਗਲੀਆਂ ਪੱਟੀਆਂ ਨੇ, ਇੰਟਰਲੌਕ ਟਾਇਲ ਪੱਟੀ ਆ, ਸਾਰੀਆਂ ਗਲੀਆਂ ਉਦਾਂ ਹੀ ਪੱਟੀਆਂ ਪਈਆਂ ਨੇ। ਜਿੰਨੀਆਂ ਸੜਕਾਂ ਪੱਟੀਆਂ ਨੇ ਉਹਨਾਂ ਨੂੰ ਥੋੜਾ ਬਹੁਤਾ ਪੈਸਾ ਦਿੱਤਾ, ਉਹ ਸੜਕ ਨਹੀਂ ਕੋਈ ਬਣੀ, ਉਹ ਵੀ ਉਦਾਂ ਹੀ ਪਈ ਆ। ਲੋਕ ਇੰਨੀ ਮੁਸ਼ਕਲ ਦੇ ਵਿੱਚ, ਘਰਾਂ ਵਾਲੇ ਦੁਕਾਨਦਾਰ ਇੰਨੀ ਮੁਸ਼ਕਲ ਦੇ ਵਿੱਚ ਜ਼ਿੰਦਗੀ ਕੱਟ ਰਹੇ ਨੇ ਕਿ ਤੁਸੀਂ ਯਕੀਨ ਨਹੀਂ ਕਰਨਾ। ਉਹ ਜਿਹੜੇ ਬੰਦੇ ਨੇ ਸਵਾਲ ਪੁੱਛਿਆ ਆਡੀਓ ਦੇ ਵਿੱਚ, ਉਹ ਸਹੀ ਹੋਈ ਆ। ਕਿਲੋ ਮਿੱਟੀ ਬੰਦੇ ਦੇ ਅੰਦਰ ਚਲੀ ਜਾਂਦੀ ਉਹ ਸ਼ਾਮ ਤੱਕ ਦੁਕਾਨਦਾਰ ਦੀ, ਪਰ ਇਹ ਲੋਕ ਕੋਈ ਧਿਆਨ ਹੀ ਨਹੀਂ ਦੇ ਰਹੇ ਉਸ ਗੱਲ। ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਧਰਨੇ ਤੇ ਬੈਠੇਗਾ, ਫਿਰ ਇਹਨਾਂ ਨੇ ਥੋੜਾ ਬਹੁਤਾ ਕੰਮ ਸ਼ੁਰੂ ਕਰਾਤਾ, ਹੁਣ ਉਹ ਫੇਰ ਰੋਕਤਾ। ਤੇ ਮੈਂ ਤਾਂ ਪਹਿਲਾਂ ਵੀ ਲੜਾਈ ਲੜਦਾ ਰਿਹਾ ਇਸ ਚੀਜ਼ ਤੇ, ਕਿਉਂਕਿ ਦੋਨਾਂ ਸ਼ਹਿਰਾਂ ਦਾ ਅਹਿਮਦਗੜ੍ਹ ਤੇ ਅਮਰਗੜ੍ਹ ਸ਼ਹਿਰ ਦਾ ਇੰਨਾ ਬੁਰਾ ਹਾਲ ਆ, ਤੁਸੀਂ ਜਾ ਕੇ ਦੇਖੋ ਕਿ ਉੱਥੇ ਬੰਦਾ ਸਿੱਧਾ ਨਹੀਂ ਤੁਰਦਾ। ਤੇ ਹੁਣ ਇਸ ਸਾਰੇ ਮੁੱਦੇ ਨੂੰ ਲੈ ਕੇ ਜਿਹੜੀਆਂ ਵੀ ਪ੍ਰੋਬਲਮਸ ਹਲਕਾ ਅਮਰਗੜ੍ਹ ਜਾਂ ਅਹਿਮਦਗੜ੍ਹ ਵਾਲੇ ਲੋਕਾਂ ਨੂੰ ਆ ਰਹੀਆਂ ਨੇ, ਉਸ ਨੂੰ ਲੈ ਕੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਦੇਖੋ, ਸਰਕਾਰ ਦੇ ਅਸੀਂ ਧਿਆਨ ਦੇ ਵਿੱਚ ਪਹਿਲਾਂ ਵੀ ਲਿਆਂਦਾ, ਹੁਣ ਫੇਰ ਲੈ ਕੇ ਆਵਾਂਗੇ ਕਿ ਪਹਿਲਾਂ ਤਾਂ ਇਹਨਾਂ ਨੇ ਆਨੇ ਬਹਾਨੇ ਲਾ ਕੇ ਟਾਈਮ ਕੱਢਤਾ ਜੀ, ਏਦਾਂ ਮੁੱਖ ਮੰਤਰੀ ਨਹੀਂ ਵਧੀਆ ਜੀ, ਆਹ ਨਹੀਂ ਜੀ, ਉਹ ਨਹੀਂ ਜੀ, ਸਾਰੀਆਂ ਚੀਜ਼ਾਂ ਇਹਨਾਂ ਨੇ ਮੁੱਖ ਮੰਤਰੀ ਤੇ ਸਿੱਟ ਕੇ ਰੱਖੀਆਂ ਨੇ। ਹੁਣ ਤਾਂ ਮੁੱਖ ਮੰਤਰੀ ਸਾਹਿਬ ਵੀ ਚੇਂਜ ਹੋ ਗਿਆ, ਹੁਣ ਤਾਂ ਨਵੇਂ ਮੁੱਖ ਮੰਤਰੀ ਸਾਹਿਬ ਆ ਗਿਆ ਤੇ ਹੁਣ ਵੀ ਕੋਈ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਤੇ ਅਸੀਂ ਮਿਲਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿੱਚ ਵੀ ਲਿਆਵਾਂਗੇ ਕਿ ਸਾਡੇ ਹਲਕੇ ਦਾ ਇੰਨਾ ਬੁਰਾ ਹਾਲ ਹੈ ਜੀ। ਤੇ ਜਿਵੇਂ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਤਾਂ ਆਲਰੇਡੀ ਬਹੁਤ ਕੁਝ ਜਿਹੜੀ ਉਥਲ-ਪੁਥਲ ਮਚੀ ਹੋਈ ਹੈ, ਤੇ ਅਜਿਹੇ ਵਿੱਚ ਤੁਸੀਂ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਕਿ ਉਹ ਤੁਹਾਡੀਆਂ ਮੰਗਾਂ ਵੱਲ ਕਿੰਨਾ ਕੁ ਧਿਆਨ ਦੇਵੇ? ਦੇਖੋ, ਸਾਡੇ ਪਾਰਟੀ ਪ੍ਰੈਜ਼ੀਡੈਂਟ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਸਰਕਾਰ ਚਾਹੇ ਕਿਸੇ ਦੀ ਹੋਵੇ ਚਾਹੇ ਆਪਣੀ ਹੋਵੇ, ਜੇ ਗਲਤ ਹੋ ਰਿਹਾ ਤਾਂ ਉਹਦੇ ਖਿਲਾਫ ਆਵਾਜ਼ ਉਠਾਓ, ਕਿਉਂਕਿ ਉਹ ਆਪ ਵੀ ਸਰਕਾਰ ਦੀ ਮੌਜੂਦਗੀ ਦੇ ਵਿੱਚ ਸਟੇਜਾਂ ਤੋਂ ਇਹ ਸਾਰਾ ਕੁਝ ਉਠਾਉਂਦੇ ਰਹਿੰਦੇ ਆ। ਜੇ ਪਾਰਟੀ ਦਾ ਪ੍ਰੈਜ਼ੀਡੈਂਟ ਉਠਾ ਰਿਹਾ ਤੇ ਸਾਨੂੰ ਇਹ ਐਗਜ਼ਾਮਪਲ ਸੈੱਟ ਹੋ ਰਹੀ ਆ, ਜਿਹੜੇ ਅਸੀਂ ਬਾਕੀ ਦੇ ਅਹੁਦੇਦਾਰ ਆ, ਕਿ ਜੇ ਸਰਕਾਰ ਦੇ ਵਿੱਚ ਕੋਈ ਬੰਦਾ ਸਹੀ ਕੰਮ ਨਹੀਂ ਕਰੇਗਾ ਅਸੀਂ ਉਹਦੇ ਖਿਲਾਫ ਆਵਾਜ਼ ਉਠਾਵਾਂਗੇ, ਕਿਉਂਕਿ ਪਾਰਟੀ ਦਾ ਰਾਈਟ ਬਣਦਾ ਜੇ ਸਰਕਾਰ ਆਪਣੇ ਪੰਥ ਤੋਂ ਭਟਕਦੀ ਆ ਤਾਂ ਫਿਰ ਅਸੀਂ ਉਹਨੂੰ ਉੱਤੇ ਅਸਲੀ ਜਗ੍ਹਾ ਤੇ ਲਿਆਉਣ ਲਈ ਆਵਾਜ਼ ਚੱਕਾਂਗੇ। ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਜਿਹੜੇ ਮੌਜੂਦਾ ਵਿਧਾਇਕ ਨੇ ਹਲਕਾ ਅਮਰਗੜ੍ਹ ਦੇ, ਉਹ ਕਿਸੇ ਹੋਰ ਹਲਕੇ ਤੋਂ ਬਿਲੋਂਗ ਕਰਦੇ ਨੇ, ਤੇ ਅਜਿਹੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਕਿ ਹਲਕਾ ਅਮਰਗੜ੍ਹ ਤੋਂ ਹੀ ਵਿਧਾਇਕ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਕਿਸੇ ਹੋਰ ਹਲਕੇ ਤੋਂ ਕਿਸੇ ਯੋਗ ਵਿਅਕਤੀ ਨੂੰ ਚਾਹੁੰਦੇ ਹੋ ਕਿ ਉਹ ਤੁਹਾਡੀਆਂ ਪ੍ਰੋਬਲਮਸ ਨੂੰ ਸੋਲਵ ਕਰੇ? ਦੇਖੋ, ਮੈਂ ਸ਼ੁਰੂ ਤੋਂ ਹੀ ਇਹ ਆਵਾਜ਼ ਉਠਾਉਂਦਾ ਰਿਹਾ। ਮੈਂ 2017 ਵਿੱਚ ਵੀ ਇਹ ਆਵਾਜ਼ ਉਠਾਈ ਸੀ ਕਿ 1,70,000 ਤੋਂ ਉੱਪਰ ਵੋਟਰ ਨੇ ਹਲਕਾ ਅਮਰਗੜ੍ਹ ਦੇ, ਜਿਨ੍ਹਾਂ ਦੇ ਵਿੱਚ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਕੋਈ ਵੀ ਸਿਆਸੀ ਦਲ ਹੈ, ਉਹ ਆਪੋ ਆਪਣੇ ਉਮੀਦਵਾਰ ਸਾਡੇ ਹਲਕਾ ਅਮਰਗੜ੍ਹ ਤੋਂ ਹੀ ਖੜੇ ਕਰਦੇ ਆ। ਸਾਡੀ ਪਾਰਟੀ ਨੇ
2012 ਵਿੱਚ ਵੀ ਤੇ 2017 ਵਿੱਚ ਵੀ ਬਾਹਰੋਂ ਲਿਆ ਕੇ ਦਿੜਬੇ ਤੋਂ ਜਿਹੜਾ ਸਾਡੇ ਮੌਜੂਦਾ ਐਮਐਲਏ ਸਾਹਿਬ ਨੇ ਉਹਨਾਂ ਨੂੰ ਉੱਥੋਂ ਟਿਕਟ ਦਿੱਤੀ। ਅਸੀਂ ਦੇਖੋ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ। ਪਾਰਟੀ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਅਸੀਂ ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਜਿਤਾਇਆ। ਸਾਰੇ 50,000 ਵੋਟ ਉਹਨਾਂ ਨੂੰ ਪਈ ਆ ਤੇ ਉਹ ਜਿੱਤ ਗਏ। ਪਰ ਜਦੋਂ ਜਿੱਤਣ ਵੇਲੇ ਕੁਝ ਵਾਅਦੇ ਕੀਤੇ ਗਏ ਸੀ, ਐਮਐਲਏ ਸਾਹਿਬ ਨੇ ਕਿਹਾ ਕਿ ਮੈਂ ਕੋਠੀ ਲੈ ਕੇ ਇੱਥੇ ਮੁੱਲ ਤੁਹਾਡੇ ਵਿੱਚ ਰਹੂੰਗਾ। ਪਹਿਲੀ ਗੱਲ, ਅੱਜ ਤੱਕ ਨਹੀਂ ਇੱਥੇ ਰਹੇ। ਜਿੱਤਣ ਤੋਂ ਬਾਅਦ 2 ਬੰਦੇ ਲਿਆ ਕੇ ਦਿੜਬੇ ਤੋਂ ਸਾਡੇ ਉੱਤੇ ਬਿਠਾਤੇ, ਸਾਡੇ ਕਾਂਗਰਸੀਆਂ ਦੇ ਸਿਰ ਤੇ, ਜਿਹੜੇ ਸਾਡੇ ਸਿਰ ਤੇ ਰਾਜ ਕਰਦੇ ਆ। ਕੋਈ ਵੀ ਪਾਰਟੀ ਪ੍ਰੋਗਰਾਮ ਹੋਵੇ, ਕੋਈ ਵੀ ਕੋਈ ਉਦਘਾਟਨ ਕਰਨਾ ਹੋਵੇ ਜਾਂ ਕੋਈ ਕਿਸੇ ਚੀਜ਼ ਦਾ ਕੋਈ ਕੰਮ ਸ਼ੁਰੂ ਕਰਾਉਣਾ ਹੋਵੇ, ਪੀਏ ਜਾ ਕੇ ਸ਼ੁਰੂ ਕਰਾਉਂਦੇ ਨੇ। ਇਹ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਕਿ ਇੱਕ ਚੁਣਿਆ ਹੋਇਆ ਐਮਐਲਏ ਆਪ ਆਵੇ ਨਾ ਤੇ ਆਪਣੇ ਦਫ਼ਤਰ 'ਚ ਰੱਖੇ ਹੋਏ 2 ਬੰਦੇ ਵੀ ਬਾਹਰੋਂ ਲਿਆ ਕੇ ਜਿਹੜੇ ਰੱਖੇ ਹੋਏ ਨੇ, ਇੱਥੇ ਬਾਹਰੋਂ ਲਿਆ ਕੇ ਆਉਂਦੇ। ਮੈਂ ਤਾਂ ਜ਼ਿਕਰ ਕਰ ਰਿਹਾ ਕਿ ਹਲਕਾ ਅਮਰਗੜ੍ਹ ਦੇ 50,000 ਬੰਦੇ ਨੇ ਉਹਨਾਂ ਤੇ ਵਿਸ਼ਵਾਸ ਜਿਤਾਇਆ, ਉਹਨਾਂ ਨੂੰ ਵੋਟ ਪਾਈ, ਪਰ ਉਹ ਸਾਡੇ 50,000 ਬੰਦੇ 'ਚੋਂ 2 ਬੰਦਿਆਂ ਤੇ ਵਿਸ਼ਵਾਸ ਨਹੀਂ ਕਰ ਸਕੇ। ਉਹਨਾਂ ਨੇ ਆਪਣੇ ਦੋਨੋਂ ਪੀਏ ਵੀ ਦਿੜਬੇ ਤੋਂ ਲਿਆ ਕੇ ਰੱਖੇ ਹੋਏ ਨੇ, ਜਿਹੜੇ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਹੈੱਡ ਕਰਦੇ ਆ। ਐਮਐਲਏ ਸਾਹਿਬ ਆਪ ਆਉਂਦੇ ਨਹੀਂ। ਸੋ ਮੇਰੀ ਇਹ ਮੰਗ ਹੈ ਕਿ ਸਾਡੇ 1,70,000 ਬੰਦੇ 'ਚੋਂ ਹੀ ਟਿਕਟ ਦੇ ਕੇ ਸਾਡਾ ਕੈਂਡੀਡੇਟ ਬਣਾਇਆ ਜਾਵੇ, ਤਾਂ ਜੋ ਸਾਡੇ ਲਈ ਮਾਣ ਸਨਮਾਨ ਵਾਲੀ ਗੱਲ ਹੋਵੇ। ਕਿਉਂਕਿ ਇਦਾਂ ਜਿਹੜੀ ਬਾਹਰੋਂ ਲਿਆ ਕੇ ਸਾਡੇ ਤੇ ਕਿਸੇ ਬੰਦੇ ਨੂੰ ਬਿਠਾਉਂਦੇ ਆ, ਉਹ ਸਾਡੇ ਮਾਣ ਸਨਮਾਨ ਨੂੰ ਸੱਟ ਮਾਰਦੀ ਹੈ ਜੀ। ਤੇ ਸੈਕੇ ਸਾਹਿਬ, ਜਿਵੇਂ ਕਿ ਤੁਸੀਂ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਵੀ ਰਹਿ ਚੁੱਕੇ ਹੋ ਤੇ ਹੁਣ ਜਿਵੇਂ ਚੋਣਾਂ ਆਉਣ ਵਾਲੀਆਂ ਨੇ, 2022 ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਤੇ ਉਸ ਨੂੰ ਲੈ ਕੇ ਹਰੇਕ ਪਾਰਟੀ ਦਾ ਚੋਣ ਪ੍ਰਚਾਰ ਸ਼ੁਰੂ ਵੀ ਹੋ ਚੁੱਕਿਆ ਹੈ। ਤੁਹਾਡੇ ਰਾਜਨੀਤੀ ਵਿੱਚ ਆਉਣ ਬਾਰੇ ਕੀ ਵਿਚਾਰ? ਦੇਖੋ, ਮੈਂ ਬਲਾਕ ਸੰਮਤੀ ਜਦੋਂ ਇਲੈਕਸ਼ਨ ਲੜੀ ਉਦੋਂ ਵੀ ਪਾਰਟੀ ਦਾ ਹੁਕਮ ਸੀ। ਉਦੋਂ ਉਸ ਵੇਲੇ ਦੇ ਯੂਥ ਕਾਂਗਰਸ ਉਦੋਂ ਮੈਂ ਹੁੰਦਾ ਸੀ, ਉਦੋਂ ਯੂਥ ਕਾਂਗਰਸ ਨੇ ਕਿਹਾ ਸੀ ਕਿ ਇਲੈਕਸ਼ਨ ਲੜੋ। ਉਦੋਂ ਵੀ ਮੈਂ ਲੜੀ ਇਲੈਕਸ਼ਨ ਪਾਰਟੀ ਦੇ ਕਹਿਣ ਤੇ। ਪਾਰਟੀ ਅੱਗੇ ਵੀ ਕੋਈ ਕਹੂਗੀ ਇਲੈਕਸ਼ਨ ਲੜਨ ਲਈ ਤਾਂ ਲੜਾਂਗੇ ਪਾਰਟੀ ਦਾ ਪ੍ਰੋਗਰਾਮ। ਪਰ ਮੇਰਾ ਨਿੱਜੀ ਮਨ ਹੈ, ਜਿਹੜਾ ਹੈਗਾ, ਮੇਰਾ ਕੰਮ ਹੈ ਪਾਰਟੀ ਦੇ ਸੰਗਠਨ 'ਚ ਕੰਮ ਕਰਨ ਦਾ ਹੀ ਆ। ਪਰ ਮੈਂ ਪਹਿਲਾਂ ਵੀ ਪਾਰਟੀ ਦੇ ਸੰਗਠਨ 'ਚ ਕੰਮ ਕਰਦਾ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਪਾਰਟੀ ਦੇ ਸੰਗਠਨ 'ਚ ਹੀ ਕੰਮ ਕਰੂੰਗਾ। ਤੇ ਦੂਜੀ ਗੱਲ ਹੈ, ਮੈਂ ਆਪਣੇ ਅਮਰਗੜ੍ਹ ਹਲਕੇ ਦੀ ਬਾਹਰਲੇ ਲੋਕਾਂ ਤੋਂ ਜਿਹੜੀ ਆਜ਼ਾਦੀ ਦੀ ਲੜਾਈ ਆ, ਬਾਹਰਲੇ ਲੋਕਾਂ ਨੂੰ ਇੱਥੋਂ ਕੱਢਣ ਦੀ, ਮੈਂ ਆਪਣੇ ਹਲਕੇ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਲੜਾਈ ਆ, ਉਹ ਜਾਰੀ ਪਹਿਲਾਂ ਵੀ ਕਰਦਾ ਸੀ ਤੇ ਹੁਣ ਵੀ ਕਰੂੰਗਾ ਤੇ ਉਹ ਮੇਰੀ ਲੜਾਈ ਜਾਰੀ ਰਹੂ। ਤੁਸੀਂ ਸਾਨੂੰ ਦੱਸਿਆ ਕਿ ਹਲਕਾ ਅਮਰਗੜ੍ਹ ਦੇ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਹੋ ਰਹੇ ਹੈਗੇ ਤੇ ਲੋਕ ਕਾਫੀ ਪਰੇਸ਼ਾਨ ਨੇ। ਤੇ ਹਲਕਾ ਅਮਰਗੜ੍ਹ ਦੇ ਤੁਸੀਂ ਵੀ ਰਹਿਣ ਵਾਲੇ ਹੋ। ਐਜ਼ ਇੱਕ ਨਾਗਰਿਕ ਤੁਸੀਂ ਆਪਣੇ ਵਿਧਾਇਕ ਤੋਂ ਕਿੰਨੇ ਕੁ ਖੁਸ਼ ਹੋ? ਕਿੰਨੀਆਂ ਕੁ ਤੁਹਾਡੀਆਂ ਉਮੀਦਾਂ ਉਹਨੇ ਪੂਰੀਆਂ? ਦੇਖੋ ਜੀ, ਮੈਂ ਤਾਂ ਇਹ ਗੱਲ ਨੂੰ ਹਰ ਵੇਲੇ ਚੱਕਦਾ ਰਹਿਣਾ। ਸਾਡੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਸਾਹਿਬ ਪੂਰੇ ਪੰਜਾਬ ਦੇ ਵਿੱਚ ਅਕਾਲੀਆਂ ਨਾਲ 75-25 ਦੀ ਗੱਲ ਕਰਦੇ ਆ ਤੇ ਮੈਂ ਸਿੱਧੂ ਸਾਹਿਬ ਨੂੰ ਵੀ ਕਹਿ ਕੇ ਆਇਆ ਕਿ ਸਾਡੇ ਹਲਕੇ ਦੇ ਵਿੱਚ 75-25 ਚੱਲਦੀ ਆ। ਉਹਦੇ 'ਚ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਬਲਾਕ ਦਾ ਪ੍ਰੈਜ਼ੀਡੈਂਟ ਆ ਜਿਹੜਾ, ਉਹ ਪਿਓਰ ਅਕਾਲੀ ਹੈ। ਉਹਨੇ ਅੱਜ ਤੱਕ ਕਦੇ ਕਾਂਗਰਸ ਜੁਆਇਨ ਨਹੀਂ ਕੀਤੀ, ਕਦੇ ਕਾਂਗਰਸ ਦੀ ਵਿਚਾਰਧਾਰਾ ਨੂੰ ਮੰਨਿਆ ਨਹੀਂ। ਉਹ ਸਦਾ ਕਾਂਗਰਸ ਦੇ ਖਿਲਾਫ ਬੋਲਦਾ ਰਹਿੰਦਾ। ਮੈਂ ਉਹਦੇ ਖਿਲਾਫ ਵੀ ਆਵਾਜ਼ ਉਠਾਈ। ਤੇ ਦੂਜੀ ਗੱਲ ਮੈਂ ਜਿਹੜੀ ਦੱਸਣਾ ਚਾਹੁੰਦਾ ਕਿ ਸਾਡੀ ਮਿਊਨਿਸਪੈਲਿਟੀ ਆ ਜਿਹੜੀ ਅਮਰਗੜ੍ਹ ਦੀ, ਉਹਦੇ ਪ੍ਰੈਜ਼ੀਡੈਂਟ ਜਿਹੜੇ ਬਣੇ ਨੇ, ਉਹਨਾਂ ਨੇ ਵੀ ਅੱਜ ਤੱਕ ਕਦੇ ਕਾਂਗਰਸ ਨਹੀਂ ਜੁਆਇਨ ਕੀਤੀ। ਉਹਨਾਂ ਨੂੰ ਵੀ ਇੱਦਾਂ ਹੀ ਟਿਕਟ ਦੇ ਕੇ ਪ੍ਰੈਜ਼ੀਡੈਂਟ ਬਣਾਇਆ ਤੇ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਦੇ ਨੇ। ਜੇ ਸਾਡੇ ਐਮਐਲਏ ਸਾਹਿਬ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਸਾਡੇ ਅਮਰਗੜ੍ਹ ਸ਼ਹਿਰ ਦੀ ਮਿਊਨਿਸਪੈਲਿਟੀ ਦੇ ਵਿੱਚ ਪਿਓਰ ਕਾਂਗਰਸ ਹੀ ਕਿਉਂ ਆਉਂਦੀ? ਕਿਉਂਕਿ ਕਾਂਗਰਸ ਦਾ ਕੋਈ ਸੰਗਠਨ ਪੈਦਾ ਨਹੀਂ ਕੀਤਾ। ਇਹ ਸਾਡੇ ਐਮਐਲਏ ਸਾਹਿਬ ਦੀ ਨਲਾਇਕੀ ਆ ਨਾ। ਜੇ ਐਮਐਲਏ ਸਾਹਿਬ ਕੰਮ ਕਰਦੇ ਫਿਰ ਕਾਂਗਰਸ ਦਾ ਸੰਗਠਨ ਪੈਦਾ ਹੁੰਦਾ। ਐਮਐਲਏ ਸਾਹਿਬ ਨੇ ਕੀ ਕੀਤਾ? ਧਾਰੇ ਬੰਦੇ ਫੜ ਲਏ, ਕੋਈ ਇਧਰੋਂ ਚੱਕ ਲਿਆ, ਕੋਈ ਉਧਰੋਂ ਚੱਕ ਲਿਆ, ਆਪਣਾ ਕੰਮ ਪੂਰਾ ਕਰ ਲਿਆ ਤੇ ਕਾਂਗਰਸ ਡੋਬਤੀ। ਜਿੰਨੇ ਟਕਸਾਲੀ ਕਾਂਗਰਸੀ ਸੀ ਸਾਰੇ ਖੁੱਡੇ ਲਾਈਨ ਲਾਤੇ, ਘਰੇ ਬਿਠਾਤੇ, ਉਹਨਾਂ ਨੂੰ ਕੋਈ ਪਾਰਟੀ ਪ੍ਰੋਗਰਾਮ ਨਹੀਂ ਦਿੱਤਾ ਜਾਂਦਾ। ਜਿੰਨੇ ਇਧਰੋਂ ਉਧਰੋਂ ਧਾਰੇ ਫੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੂਰੇ ਕਰਕੇ ਬਿਠਾਉਂਦੇ ਨੇ। ਇਹ ਸਾਡੇ ਕਾਂਗਰਸ ਦੇ, ਮੈਂ ਤਾਂ ਉਹਨਾਂ ਨੂੰ ਕਾਂਗਰਸ ਹੀ ਨਹੀਂ ਮੰਨਦਾ। ਪਹਿਲੀ ਗੱਲ ਹੈ ਕਿ ਤੁਸੀਂ ਚਾਹੇ ਉਹਨਾਂ ਦੀਆਂ 99 ਸਟੇਟਮੈਂਟਸ ਚੱਕ ਲਓ ਪੂਰੇ ਮੀਡੀਆ ਦੇ ਵਿੱਚ, ਉਸ ਬੰਦੇ ਨੇ ਅੱਜ ਤੱਕ ਕਦੇ ਕਾਂਗਰਸ ਦੇ ਹੱਕ 'ਚ ਇੱਕ ਸ਼ਬਦ ਨਹੀਂ ਕਿਹਾ। ਉਹ ਜਦੋਂ ਵੀ ਬੋਲਦੇ ਨੇ, ਮੈਂ ਪਹਿਲਾਂ ਵੀ ਸਟੇਟਮੈਂਟਸ ਤੁਹਾਡੇ ਆਪਣੇ ਕਈ ਚੈਨਲਸ ਤੇ ਦਿੱਤੀਆਂ ਨੇ ਪਿਛਲੀ ਪਾਰਲੀਮੈਂਟ ਦੇ ਵੇਲੇ ਕਿ ਸਾਨੂੰ ਦੱਸਤਾ ਦਿਓ ਕਿ ਤੁਸੀਂ ਅਕਾਲੀ ਹੋ, ਆਪ ਵਾਲੇ ਹੋ ਕਿ ਕਾਂਗਰਸੀ ਹੋ। ਕਿਉਂਕਿ ਤੁਸੀਂ ਜਦੋਂ ਤੁਹਾਡਾ ਮੂੰਹ ਖੁੱਲਦਾ ਕਾਂਗਰਸ ਦੇ ਖਿਲਾਫ ਹੀ ਖੁੱਲਦਾ। ਅੱਜ ਤੱਕ ਤੁਸੀਂ ਕਦੇ ਕਿਸੇ ਪਾਰਟੀ ਦੇ ਖਿਲਾਫ ਨਹੀਂ ਬੋਲੇ। ਕਦੇ ਤੁਸੀਂ ਇੱਥੇ ਮੈਂ ਤੁਹਾਨੂੰ ਇੱਕ ਐਡ ਕਰਨੀ ਚਾਹੁੰਦਾ ਮੈਂ ਤੁਹਾਡੇ ਨਾਲ ਗੱਲ।
ਦੇਖੋ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਉਹ ਬੀਬੀ ਭੱਠਲ ਦੇ ਵੀ ਖਿਲਾਫ ਬੋਲਦੇ, ਉਹ ਸ੍ਰੀ ਵਿਜੇਂਦਰ ਸਿੰਗਲਾ ਜਿਹੜੇ ਸਿੱਖਿਆ ਮੰਤਰੀ ਹੈ ਉਹਨਾਂ ਦੇ PWD ਮਿਨਿਸਟਰ ਉਹਨਾਂ ਦੇ ਵੀ ਖਿਲਾਫ ਬੋਲਦੇ ਆ। ਉਹ ਜਦੋਂ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਆਪਣੀ ਢਿੱਲੋਂ ਸਾਹਿਬ ਦੀ ਉਤੋਂ ਬਰਨਾਲੇ ਵਾਲੇ ਉਹਨਾਂ ਦੇ ਖਿਲਾਫ ਵੀ ਬੋਲਦੇ ਆ। ਉਹ ਪ੍ਰਤਾਪ ਬਾਜਵੇ ਨੂੰ ਪ੍ਰਧਾਨ ਨਹੀਂ ਮੰਨਦੇ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਮੰਨਿਆ। ਹੁਣ ਉਹ ਅੱਗੇ ਜਾ ਕੇ ਕੀ ਪਤਾ ਨਹੀਂ ਕਿਹਨੂੰ ਕੀ ਮੰਨਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂ। ਪਾਰਟੀ ਦੇ ਜਿੰਨੇ ਸੀਨੀਅਰ ਲੀਡਰ ਨੇ ਉਹਨਾਂ ਨੇ ਕਦੇ ਕਿਸੇ ਨੂੰ ਆਪਣਾ ਮਤਲਬ ਸਹੀ ਨਹੀਂ ਮੰਨਿਆ। ਉਹ ਆਪਣੇ ਆਪ ਨੂੰ ਸੱਚੇ ਤੇ ਇਮਾਨਦਾਰ ਬਹੁਤ ਕਹਿੰਦੇ ਆ। ਜਦ ਕੋਈ ਤੁਸੀਂ ਹਲਕਾ ਅਮਰਗੜ੍ਹ 'ਚ ਜਾ ਕੇ ਦੇਖੋ ਤੁਹਾਨੂੰ ਸੱਚਾਈ ਤੇ ਇਮਾਨਦਾਰੀ ਦਾ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਸੱਚਾਈ ਤੇ ਇਮਾਨਦਾਰੀ ਨਾਲ ਕੰਮ ਹੋਇਆ। 75-25 ਦੀ ਖੇਡਦੇ ਰਹੇ ਆ ਸਾਡੇ ਐਮਐਲਏ ਇੱਥੇ, ਕਿਉਂਕਿ ਉਹਨਾਂ ਨੇ ਖੁੱਡੇ ਲਾਈਨ ਲਾਈ ਆ ਕਾਂਗਰਸ। ਮੈਂ ਇਹ ਗੱਲ ਪਹਿਲਾਂ ਹਰ ਇੱਕ ਚੈਨਲ ਤੇ ਬੋਲਦਾ, ਅੱਜ ਵੀ ਬੋਲਦਾ ਔਰ ਬੋਲਦਾ ਰਹੂੰਗਾ। ਕਿਸਾਨ ਮੋਰਚੇ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ 1 ਸਾਲ ਹੋ ਚੁੱਕਿਆ ਹੈ। ਤੁਸੀਂ ਕਿਸਾਨ ਐਂਡ ਮਜ਼ਦੂਰ ਸੈੱਲ ਦੇ ਵਾਈਸ ਚੇਅਰਮੈਨ ਵੀ ਹੋ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਦੇਖੋ, ਕਿਸਾਨੀ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋਣ ਤੇ ਜਿੱਤ ਦੀ ਮੈਂ ਵਧਾਈ ਦਿੰਦਾ ਪਹਿਲਾਂ ਤਾਂ। ਦੂਜੀ ਗੱਲ ਹੈ, ਵਧਾਈ ਦੇ ਨਾਲ ਸਾਡੇ ਮਨ ਨੂੰ ਬੜਾ ਦੁੱਖ ਵੀ ਹੈ, ਕਿਉਂਕਿ 700 ਤੋਂ ਜ਼ਿਆਦਾ ਕਿਸਾਨ ਪਰਿਵਾਰ ਜਿਹੜੇ ਕਿਸਾਨ ਨੇ ਉੱਥੇ ਸ਼ਹੀਦ ਹੋ ਚੁੱਕੇ ਨੇ। ਮੈਂ ਨਿੱਜੀ ਤੌਰ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਕਿ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਪੰਜਾਬ ਸਰਕਾਰ ਇੱਕ ਜਗ੍ਹਾ ਦੇਵੇ ਕਿਸਾਨ ਜਥੇਬੰਦੀਆਂ ਨੂੰ, ਉੱਥੇ ਇੱਕ ਯਾਦਗਾਰ ਬਣਾ ਕੇ ਦੇਵੇ ਜਿੱਥੇ ਸਾਰੇ ਸ਼ਹੀਦ ਕਿਸਾਨਾਂ ਦੀਆਂ ਫੋਟੋਆਂ ਲਾਈਆਂ ਜਾਣ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਕਿਸਾਨਾਂ ਨੂੰ ਇਸ ਕਿਸਾਨੀ ਸੰਘਰਸ਼ ਨੂੰ ਯਾਦ ਰੱਖ ਸਕਣ ਤੇ ਪ੍ਰੇਰਣਾ ਲੈ ਸਕਣ ਕਿ ਸਾਡੇ ਪੁਰਖਿਆਂ ਨੇ ਜ਼ਮੀਨ ਨੂੰ ਬਚਾਉਣ ਦੇ ਲਈ ਐਡਾ ਲੰਬਾ ਅੰਦੋਲਨ ਕਰਿਆ ਸੀ ਤੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਸੀ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਵੀ ਆਪਣੀ ਜ਼ਮੀਨ ਨਾਲ ਜੁੜੀ ਰਹੇ। ਤੇ ਜਿਵੇਂ ਕਿ ਖੇਤੀ ਬਿੱਲ ਜਿਹੜੇ ਨੇ ਹੁਣ ਉਹਨਾਂ ਨੂੰ ਵਾਪਸ ਲੈਣ ਲਈ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਸੰਸਦ ਦਾ ਜਿਹੜਾ ਹੁਣ ਸੈਸ਼ਨ ਹੋਣਾ 29 ਨਵੰਬਰ ਨੂੰ, ਉਹਦੇ ਵਿੱਚ ਉਹ ਬਿੱਲ ਰੱਦ ਕਰਨ ਦੇ ਲਈ ਇੱਕ ਬਿੱਲ ਲਿਆਂਦਾ ਜਾਊਗਾ। ਤੇ ਅੱਧੀ ਲੜਾਈ ਕਿਸਾਨ ਜਿੱਤ ਚੁੱਕੇ ਨੇ ਤੇ ਹੁਣ ਜਿਹੜੀਆਂ ਉਹਨਾਂ ਦੀਆਂ ਬਾਕੀ ਮੰਗਾਂ ਨੇ ਉਹਨਾਂ ਕਰਕੇ ਉਹ ਸਰਹੱਦਾਂ ਤੇ ਡਟੇ ਹੋਏ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਬਾਕੀ ਮੰਗਾਂ ਨੇ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ, ਉਹ ਵੀ ਮੰਨ ਲਈਆਂ ਜਾਣਗੀਆਂ? ਦੇਖੋ, ਮੈਂ ਕਿਸਾਨ ਜਥੇਬੰਦੀਆਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਉਹਨਾਂ ਨੇ ਲੰਮੇ ਸੰਘਰਸ਼ ਨੇ ਨਾਲ ਸਾਰੇ ਲੋਕਾਂ ਨੇ ਜੁੜ ਕੇ ਲੰਮਾ ਸੰਘਰਸ਼ ਲੜਿਆ, ਤਾਂ ਮੋਦੀ ਸਰਕਾਰ ਜਿਹੜੀ 1 ਸਾਲ ਬਾਅਦ ਝੁਕਣ ਨੂੰ ਤਿਆਰ ਹੋਈ ਹੈ। ਪਰ ਇਸ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇੱਕ ਜੁਮਲੇਬਾਜ਼ ਸਰਕਾਰ ਹੈ, ਜਿਹੜੀ ਤੁਹਾਨੂੰ ਇਹ ਕਹਿ ਕੇ ਕਿ 15 ਲੱਖ ਰੁਪਇਆ ਤੁਹਾਡੇ ਖਾਤੇ 'ਚ ਆਏਗਾ, ਉਹਨੂੰ ਬਾਅਦ 'ਚ ਇਹ ਕਹਿ ਸਕਦੀ ਹੈ ਕਿ ਇਹ ਜੁਮਲਾ ਹੈ। ਇਸ ਕਰਕੇ ਜਿੰਨਾ ਟਾਈਮ ਪਾਰਲੀਮੈਂਟ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਰਿਟਨ 'ਚ ਸਾਰਾ ਕੁਝ ਨਹੀਂ ਹੁੰਦਾ, ਔਰ ਜਿੰਨਾ MSP ਦੇ ਗਰੰਟੀ ਸਾਰੇ ਕਾਨੂੰਨ ਜਿੰਨੀਆਂ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਸੀ ਅੰਦੋਲਨ ਵੇਲੇ ਉਹਨਾਂ ਚਿਰ ਪੂਰੀਆਂ ਨਹੀਂ ਹੁੰਦੀਆਂ, ਤਾਂ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਅੰਦੋਲਨ ਉਹਨਾਂ ਚਿਰ ਵਾਪਸ ਨਹੀਂ ਹੋਣਾ ਚਾਹੀਦਾ, ਕਿਉਂਕਿ ਮੋਦੀ ਸਰਕਾਰ ਬਿਲਕੁਲ ਵੀ ਭਰੋਸੇ ਦੇ ਲਾਇਕ ਨਹੀਂ। ਸਿਮਰਜੀਤ ਸੈਕੀ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ, ਸਾਡੇ ਨਾਲ ਹਲਕਾ ਅਮਰਗੜ੍ਹ ਤੇ ਹੋਰ ਮੁੱਦਿਆਂ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ। ਤੁਹਾਡਾ ਬਹੁਤ ਧੰਨਵਾਦ। ਬਹੁਤ ਤੁਸੀਂ